ਦੱਸੇ ਕਿ ਕਿਸਾਨਾਂ ਦਾ ਪ੍ਰਦਰਸ਼ਨ ਅੱਜ ਲਗਾਤਾਰ 59ਵੇਂ ਦਿਨ 'ਚ ਦਿੱਲੀ ਦੀਆਂ ਸਰਹੱਦਾਂ ਤੇ ਜਾਰੀ ਹੈ। इस दरमियान 11वें दौर की नवी दिल्ली च हुई बैठक भी बेनतीजा रही है। बैठक की अगली तारीख अजे तय नहीं हुई। बैठक दौरान खेतीबाड़ी मंत्री नरेंद्र सिंह तोमर ने कहा कि 11 दौर की गलबात हो चुकी है, पर हुण तक कोई फैसला नहीं हो सकिया। उन्होंने यह भी कहा कि सरकार वालों सब तो चंगा प्रस्ताव दिता गया है, किसान उस पर गौर करन। नरेंद्र सिंह तोमर ने कहा कि मैं वड्डे भारी मन नाल यह गल कह रहा हाँ कि यह वड्डी बदकिस्मती है कि किसानों वालों कोई भी सकारात्मक उत्तर नहीं आया। तोमर ने किसान लीडरां नूं कहा कि सरकार तुहाडे सहयोग लई आभारी है, कानून च कोई कमी नहीं है। असीं तुहाडे सन्मान च प्रस्ताव दिता सी, तुसीं फैसला नहीं कर सके। तुसीं जेकर किसी फैसले ते पहुंचदे हो तां सूचित करो, इस तो पहला भी असीं चर्चा करांगे। उत्थे ही बैठक तो बाद किसान लीडरां ने कहा कि असीं कानून रद्द करन दी मंग ते कायम हां, अंदोलन जारी रहेगा। गलबात दी अगली तारीख तय नहीं है। दस दे कि खेती कानूनों नूं लैके किसानां ते केंद्र विचाले रेड़का लगातार बरकरार है। किसान भी अपनी मंग ते अड़े हुए ने कि असीं ये तीनों कानून है जो रद्द चाहुंदे हां। ਅਸੀਂ ਇਹਨਾਂ ਕਾਨੂੰਨਾਂ ਦੇ ਵਿੱਚ ਕੋਈ ਵੀ ਸੋਧ ਨਹੀਂ ਚਾਹੁੰਦੇ। ਉਧਰ ਹੀ ਕੇਂਦਰ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਇਹ ਕਾਨੂੰਨ ਰੱਦ ਨਹੀਂ ਹੋਣਗੇ। इत्थे दस्से कि साडे नाल फोन लाइन ते अवतार सिंह गुरदासपुर तो जुड़ चुके ने। जी, जेकर अवतार जी देखा जाए तो किसानों का अंदोलन है 59वें दिन च तब्दील हो चुके, पर किसान ने जेडे टस तो मस नहीं हो रहे। जी मैं दस देवां, जिहड़ी केंद्र सरकार वालों जो 3 खेती कानून पास किए गए हैं उसनूं लैके किसान ਦੇ ਉੱਪਰ ਡਟੇ ਹੋਏ ਨੇ। ਕਿਸਾਨਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਮੰਗ ਇੱਕੋ ਕੀਤੀ ਜਾ ਰਹੀ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ। ਹਾਲਾਂਕਿ ਕਿਸਾਨਾਂ ਦੀਆਂ ਜਿਹੜੀ ਮੀਟਿੰਗਾਂ ਨੇ ਉਹ ਕੇਂਦਰ ਸਰਕਾਰ ਦੇ ਨਾਲ 11 ਮੀਟਿੰਗਾਂ ਹੋ ਚੁੱਕੀਆਂ ਜੋ ਕਿ ਬੇਸੱਚਾ ਰਹੀਆਂ ਨੇ। ਤੇ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਵੀ ਚੱਲਦਾ ਪਿਆ ਤੇ ਹੁਣ 26 ਜਨਵਰੀ ਦੀ ਤਿਆਰੀ ਜੋ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ। ਕਿਸਾਨਾਂ ਦਾ ਸਭ ਤੋਂ ਪਹਿਲਾਂ ਕਹਿਣਾ ਕਿ ਜਿਹੜੀ 26 ਜਨਵਰੀ ਦੀ ਜਿਹੜੀ ਪਰੇਡ ਵਾ ਉਹ ਦਿੱਲੀ ਦੇ ਵਿੱਚ ਕਰਕੇ ਰਹਿਣਗੇ, ਜਿਸ ਨੂੰ ਮਤਲਬ ਖਤਮ ਕਰਨ ਵਾਸਤੇ ਪਰੇਡ ਨਾ ਹੋਵੇ ਤਾਂ ਕਈ ਸਰਕਾਰਾਂ ਨੇ ਕਈ ਤਰ੍ਹਾਂ ਦੇ ਫੈਸਲੇ ਵੀ ਕੀਤੇ ਸੀ ਤੇ ਸਰਕਾਰਾਂ ਨੇ ਇਹ ਵੀ ਗੱਲ ਕੀਤੀ ਕਿ ਜਿਹੜੇ ਕਾਨੂੰਨ ਹੈਗੇ ਨੇ ਇਹ 2 ਸਾਲ ਤੱਕ ਜਿਹੜੇ ਟਾਲ ਦਿੱਤੇ ਜਾਂਦੇ ਨੇ, ਲੇਕਿਨ ਫਿਰ ਵੀ ਜਿਹੜੇ ਕਿਸਾਨ ਉਹ ਮੰਨਦੇ ਹੋਏ ਨਜ਼ਰ ਨਹੀਂ ਆਏ। ਕਿਸਾਨ ਆਪਣੀ ਜਿੱਤ ਉੱਪਰ ਅੜੇ ਹੋਏ ਨੇ। ਕਿਸਾਨਾਂ ਦਾ ਸਭ ਤੋਂ ਇਹੀ ਕਹਿਣਾ ਹੈਗਾ ਜਿਹੜੇ ਖੇਤੀ ਕਾਨੂੰਨ ਨੇ ਸਿਰਫ ਰੱਦ ਹੀ ਚਾਹੀਦੇ ਨੇ। ਜਿੰਨਾ ਚਿਰ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਸੰਘਰਸ਼ ਜਿਹੜਾ ਖਤਮ ਨਹੀਂ ਕਰਨਗੇ। जी जेकर देखा जाए तो मीटिंगां दा जो रेट है वह भी बरकरार है। किसानों वालों केंद्र दे नाल हर वार मीटिंग की जाती है तो केंद्र वालों कानून रद्द करने लई बिल्कुल कोरी ना कर दी जाती है। तो इस बार किसानों ने अपना स्टैंड एक बार फिर स्पष्ट कर दिता है कि सानू कानून रद्द चाहिए ने। जी दस दो 11 ਮੀਟਿੰਗਾਂ ਜਿਹੜੀਆਂ ਵਾ ਕੇਂਦਰ ਦੇ ਨਾਲ ਕਿਸਾਨਾਂ ਦੀਆਂ ਹੋ ਚੁੱਕੀਆਂ ਨੇ ਜੋ ਕਿ ਬੇਸਟਾ ਰਹੀਆਂ ਨੇ। ਬਾਰ-ਬਾਰ ਇਹੀ ਗੱਲ ਕਿਹਾ ਜਾਂਦਾ ਵੀ ਜਿਹੜੇ ਕਾਨੂੰਨ ਨੇ ਇਹ ਰੱਦ ਨਹੀਂ ਹੋ ਸਕਦੇ, ਇਹਨਾਂ ਵਿੱਚ ਅਮੈਂਡਮੈਂਟ ਹੋ ਸਕਦੀ ਹੈ, ਲੇਕਿਨ ਕਿਸਾਨ ਜਿਹੜੇ ਨੇ ਆਪਣੀ ਜਿੱਤ ਤੇ ਅੜੇ ਹੋਏ ਨੇ। ਕਿਸਾਨਾਂ ਦਾ ਸਾਫ਼ ਤੌਰ ਤੇ ਇਹ ਕਹਿਣਾ ਕਿ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਰੱਦ ਹੀ ਚਾਹੀਦੇ ਨੇ। ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਉਹ ਆਪਣੇ ਧਰਨੇ ਪ੍ਰਦਰਸ਼ਨ ਸਮਾਪਤ ਨਹੀਂ ਕਰਨਗੇ। ਹਾਲਾਂਕਿ ਜੋ ਤੋਮਰ ਹੈਗੇ ਨੇ ਜੋ ਕ੍ਰਿਸ਼ੀ ਮੰਤਰੀ ਹੈਗੇ ਨੇ ਉਹਨਾਂ ਨੇ ਵੀ ਸਾਫ਼ ਤੌਰ ਤੇ ਇਹ ਗੱਲ ਕਹਿਤਾ ਕਿ ਇਹਨਾਂ ਦੇ ਵਿੱਚ ਅਮੈਂਡਮੈਂਟ ਹੋ ਸਕਦੀ ਹੈ ਜਾਂ ਇਹਨਾਂ ਨੂੰ ਆਪਾਂ 2 ਸਾਲ ਵਾਸਤੇ ਜਿਹੜਾ ਹੈਗਾ ਵਾ ਇਹਨੂੰ ਸਸਪੈਂਡ ਕਰ ਦਿੰਦੇ ਆ। ਲੇਕਿਨ ਕਿਸਾਨ ਜਿਹੜੇ ਨੇ ਮੰਨਦੇ ਹੋਏ ਨਜ਼ਰ ਨਹੀਂ ਆ ਰਹੇ। ਕਿਸਾਨ ਕਹਿੰਦੇ ਵੀ ਜਿਹੜੇ ਹੈਗੇ ਆ ਇਹਨਾਂ ਨੂੰ ਸਸਪੈਂਡ ਨਹੀਂ ਕਰਨਾ ਚਾਹੁੰਦੇ, ਉਹ ਸਸਪੈਂਡ ਨਹੀਂ ਕਰਨਾ ਚਾਹੁੰਦੇ, ਸਿਰਫ ਉਹ ਰੱਦ ਹੀ ਕਰਨਾ ਚਾਹੁੰਦੇ ਨੇ। ਜਿੰਨਾ ਚਿਰ ਬਿੱਲ ਰੱਦ ਨਹੀਂ ਹੁੰਦੇ ਹੈਗੇ ਉਹਨਾਂ ਚਿਰ ਉਹ ਆਪਣੀਆਂ ਸਰਹੱਦਾਂ ਦੇ ਉੱਪਰ ਡਟੇ ਰਹਿਣਗੇ, ਉਹਨਾਂ ਚਿਰ ਆਪਣਾ ਸੰਘਰਸ਼ ਜਿਹੜਾ ਵਾ ਖਤਮ ਨਹੀਂ ਕਰਨਗੇ। ਜੀ ਜੇਕਰ 11ਵੇਂ ਦੌਰ ਦੀ ਮੀਟਿੰਗ ਦੀ ਗੱਲ ਕੀਤੀ ਜਾਵੇ ਤਾਂ ਇਸ ਮੀਟਿੰਗ ਦੇ ਵਿੱਚ ਸਭ ਤੋਂ ਵੱਡੀ ਲੰਚ ਬ੍ਰੇਕ ਦੇਖਣ ਨੂੰ ਮਿਲਿਆ, ਪਰ ਫਿਰ ਵੀ ਗੱਲ ਹੈ ਜੋ ਸਿਰੇ ਚੜ੍ਹਦੀ ਦਿਖਾਈ ਨਹੀਂ ਦਿੱਤੀ। ਜੀ ਮੈਂ ਦੱਸ ਦਵਾਂ ਕਿ ਜਿਹੜੀ ਗੱਲ ਦੀ ਬਾਤ ਕੀਤੀ ਜਾਵੇ, ਜਿਹੜੀ ਗੱਲਬਾਤ ਉਹ ਸਿਰੇ ਇਸ ਲਈ ਨਹੀਂ ਚੱਲ ਰਹੀ ਕਿਉਂਕਿ ਜਿਹੜੇ ਕਿਸਾਨ ਨੇ ਉਹ ਵੀ ਆਪਣੀ ਜਿੱਦ ਦੇ ਉੱਪਰ ਅੜੇ ਹੋਏ ਨੇ ਕਿ ਉਹ ਅਮੈਂਡਮੈਂਟ ਨਹੀਂ ਚਾਹੁੰਦੇ, ਉਹ ਕਾਨੂੰਨਾਂ ਨੂੰ ਰੱਦ ਚਾਹੁੰਦੇ ਨੇ। ਤੇ ਦੂਜੇ ਪਾਸੇ ਜੇ ਕੇਂਦਰ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਕੇਂਦਰ ਸਰਕਾਰ ਬਾਰ-ਬਾਰ ਇਹੀ ਗੱਲ ਕਹਿ ਰਹੀ ਹੈ ਕਿ ਉਹ ਅਮੈਂਡਮੈਂਟ ਕਰ ਸਕਦੇ ਨੇ ਜਾਂ 2 ਸਾਲ ਦੇ ਲਈ ਕਾਨੂੰਨਾਂ ਨੂੰ ਸਸਪੈਂਡ ਕਰ ਸਕਦੇ ਨੇ, ਲੇਕਿਨ ਜਿਹੜੇ ਕਾਨੂੰਨ ਬਣ ਚੁੱਕੇ ਨੇ ਉਹ ਰੱਦ ਨਹੀਂ ਕਰ ਸਕਦੇ। ਤੇ ਜਿਸ ਨੂੰ ਲੈ ਕੇ ਦੋਨੋਂ ਜਿਹੜੇ ਧਿਰਾਂ ਹੈਗੀਆਂ ਨੇ, ਜੇ ਦੋਨੋਂ ਜਾਂ ਸਰਕਾਰ ਦੀ ਗੱਲ ਕਰ ਲਈ ਤੇ ਜਾਂ ਕਿਸਾਨਾਂ ਦੀ ਗੱਲ ਕਰ ਲਈ, ਆਪਣੀ ਜਿੱਦ ਦੇ ਉੱਪਰ ਅੜੇ ਹੋਏ ਨੇ, ਜਿਸ ਕਰਕੇ ਕੋਈ ਹੱਲ ਜਿਹੜਾ ਵਾ ਨਿਕਲਦਾ ਹੋਇਆ ਨਜ਼ਰ ਨਹੀਂ ਆ ਰਿਹਾ। ਜੀ ਜੇਕਰ ਦੇਖਿਆ ਜਾਏ ਤਾਂ संघर्ष दौरान किसानों वालों कुछ शरारती अंसर भी फड़े गए ने। ते जे कल दी गल कीती जावे तां किसानों वालों एक शख्स नूं फड़िया गया जिसनूं कि किसान लीडर ते गोली मारन दी साजिश रची गई सी। जी मैं दस दवां कि कल देर रात किसानों वालों एक प्रैस कॉन्फ्रेंस की गई जिस दे विच जिहड़ा आरोपी सीगा, जिहड़ा नौजवान फड़िया गया सी, जिसने साफ तौर पर कबूलिया भी हैगा कि उसनूं जो 4 वड्डे लीडर सीगे, किसान लीडर सीगे, उन्हां नूं मारन दी जिहड़ी कोशिश वा उन्हां वालों दित्ती गई करन दी कोशिश की गई सीगी। ते जिस तो बाद जिहड़े किसान हैगे सी, किसानां वालों उस आरोपी नूं जिहड़ा काबू कर लित्ता गया सी, जिस तो बाद प्रैस कॉन्फ्रेंस खुलासा भी कीता सीगा
ਕਿ ਜਿਹੜੇ ਆਰੋਪੀ ਸੀਗਾ ਉਹ 4 ਜਿਹੜੇ ਕਿਸਾਨ ਲੀਡਰ ਸੀ ਉਹਨਾਂ ਨੂੰ ਮਾਰਨਾ ਚਾਹੁੰਦਾ ਸੀਗਾ। ਤੇ ਇਹਦੇ ਵਿੱਚ ਇੱਕ ਵੀ ਘਟਨਾ ਨਿਕਲ ਕੇ ਸਾਹਮਣੇ ਆਈ ਸੀ ਵੀ ਜਿਹੜਾ ਕਿਸਾਨ ਆਗੂ ਸੀਗਾ ਉਹਦੀ ਗੱਡੀ ਤੱਕ ਵੀ ਜਿਹੜੇ ਸ਼ੀਸ਼ੇ ਸੀਗੇ ਉਹ ਭੰਨ ਦਿੱਤੇ ਸੀਗੇ। ਹਾਲਾਂਕਿ ਬਾਅਦ 'ਚ ਦਿੱਲੀ ਪੁਲਿਸ ਵੱਲੋਂ ਸ਼ੀਸ਼ੇ ਜਿਹੜੇ ਪਾ ਦਿੱਤੇ ਗਏ ਸੀਗੇ। ਤੇ ਇਦਾਂ ਦੀਆਂ ਘਟਨਾਵਾਂ ਵੀ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਕਿਤੇ ਨਾ ਕਿਤੇ ਸੰਘਰਸ਼ ਨੂੰ ਵੀ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਵਾ ਉਹ ਵੀ ਕੀਤੀ ਜਾ ਰਹੀ ਹੈ ਜੀ। ਅਵਤਾਰ ਜੀ, तमाम ਜਾਣਕਾਰੀ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਦੱਸਦੇ ਕਿ ਕਿਸਾਨਾਂ ਦੇ ਵਿੱਚ ਅਤੇ ਕੇਂਦਰ ਦੇ ਵਿੱਚ ਲਗਾਤਾਰ ਰੇੜਕਾ ਬਰਕਰਾਰ ਹੈ ਤੇ ਇਸੇ ਮੁੱਦੇ ਤੇ ਵਧੇਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੋਗਾ ਤੋਂ ਸੂਰਜ ਮਿੱਤਲ ਪੱਤਰਕਾਰ ਜੁੜ ਚੁੱਕੇ ਨੇ। ਜੀ ਸੂਰਜ ਮਿੱਤਲ ਜੀ, ਜੇਕਰ ਦੇਖਿਆ ਜਾਏ ਤਾਂ ਕਿਸਾਨਾਂ ਦਾ ਅੰਦੋਲਨ ਜਾਰੀ ਹੈ, ਲਗਾਤਾਰ ਬੈਠਕਾਂ ਦਾ ਦੌਰ ਵੀ ਜਾਰੀ ਹੈ, ਪਰ ਬੈਠਕ ਕੋਈ ਵੀ ਸਿਰੇ ਚੜ੍ਹਦੀ ਦਿਖਾਈ ਨਹੀਂ ਦੇ ਰਹੀ। ਬਿਲਕੁਲ ਜਿਹੜੀ ਹੈਗੀ ਹੈ ਬੈਠਕਾਂ ਦਾ ਲਗਾਤਾਰ ਦੌਰ ਜਿਹੜਾ ਜਾਰੀ ਹੈ। ਪਿਛਲੇ ਦਿਨੇ ਵੀ ਔਰ ਪਰਸੋਂ ਜਿਹੜੀ ਬੈਠਕ ਹੋ ਚੁੱਕੀ ਹੈਗੀ ਹੈ ਉਹਦੇ 'ਚ ਵੀ ਕੋਈ ਨਤੀਜੇ ਨਿਕਲ ਕੇ ਸਾਹਮਣੇ ਨਹੀਂ ਆਏ, ਕਿਉਂਕਿ ਕਿਸਾਨ ਸੰਗਠਨਾਂ ਦੀ ਇੱਕੋ ਇੱਕ ਮੰਗ ਹੈਗੀ ਹੈ ਇਹਨਾਂ ਬਿੱਲਾਂ ਨੂੰ ਰੱਦ ਕਰਵਾਉਣਾ, ਜਦਕਿ ਸਰਕਾਰ ਚਾਹੁੰਦੀ ਹੈਗੀ ਹੈ ਇਹਨਾਂ ਦੇ ਵਿੱਚ ਕੋਈ ਅਮੈਂਡਮੈਂਟ, ਕੋਈ ਇਹਦੇ ਬਦਲਾਵ ਕਰਕੇ ਅਸੀਂ ਕਰ ਦਿੰਦੇ ਹੈਗੇ ਹਾਂ। ਬਦਲਾਵ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਆਪਦਾ ਧਰਨਾ ਜਿਹੜਾ ਇੱਥੋਂ ਚੱਕ ਲਵੋ, ਪਰ ਕਿਸਾਨ ਇਸੇ ਗੱਲ ਤੇ ਅੜੇ ਹੋਏ ਆ ਕਿ ਉਹ ਬਦਲਾਵ ਕਰਕੇ ਨਹੀਂ ਮੰਨਣਗੇ, ਬਲਕਿ ਇਹਨਾਂ ਬਿੱਲਾਂ ਨੂੰ ਜਿਹੜਾ ਹੈਗਾ ਰੱਦ ਕਰਵਾ ਕੇ ਹੀ ਇੱਥੋਂ ਉੱਠਣਗੇ। ਔਰ ਗੱਲ ਕਰੀਏ ਜਿਹੜੇ ਹੈਗੇ ਟਰੈਕਟਰਾਂ ਦੇ ਇਹਨਾਂ ਦੇ ਪੇੜ ਦੀ ਰੋਸ ਮਾਰਚ ਦੀ ਜਿਹੜੀ ਹੈਗੀ ਹੈ 26 ਜਨਵਰੀ ਦਾ ਇਹਨਾਂ ਵੱਲੋਂ ਐਲਾਨ ਕੀਤਾ ਗਿਆ ਹੈ, ਉਸ ਗੱਲ ਨੂੰ ਲੈ ਕੇ ਵੀ ਜਿਹੜਾ ਹੈਗਾ ਵਾ ਕਿਸਾਨਾਂ ਦੇ ਵਿੱਚ ਬੜਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈਗਾ ਵਾ ਪੂਰੇ ਪੰਜਾਬ ਦੇ ਵਿੱਚ। ਮੈਂ ਜੇ ਗੱਲ ਕਰਾਂ ਮੋਗਾ ਜ਼ਿਲ੍ਹੇ ਦੀ, ਤੇ ਇੱਥੇ ਵੀ ਬਹੁਤ ਜ਼ਿਆਦਾ ਪਿੰਡਾਂ ਦੇ ਵਿੱਚ ਗਿਣਤੀ ਕੁਝ ਕਹਿ ਨਹੀਂ ਸਕਦੇ ਟਰੈਕਟਰਾਂ ਦੀ ਕਿੰਨੀ ਗਿਣਤੀ ਹੋ ਜਾਏਗੀ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਮੋਗਾ ਤੋਂ ਜਿਹੜਾ ਹੈਗਾ ਦਿੱਲੀ ਨੂੰ ਜਿਹੜਾ ਕੂਚ ਕਰੂਗੇ। ਔਰ ਇਹਦੀਆਂ ਤਿਆਰੀਆਂ ਬਿਲਕੁਲ ਮੁਕੰਮਲ ਕਰ ਰਹੀਆਂ ਹੈਗੀਆਂ। ਔਰ ਕੱਲ ਵੀ ਜਿਹੜੀ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਕੱਢੀ ਗਈ ਸੀਗੀ ਜਿਹਦੇ ਵਿੱਚ 300 ਤੋਂ ਜ਼ਿਆਦਾ ਟਰੈਕਟਰ ਸੀਗਾ। ਔਰ ਇਹ ਇੱਕ ਕਸਬੇ ਦੀ ਮੈਂ ਗੱਲ ਕਰ ਰਿਹਾ, ਜੇ ਗੱਲ ਕਰੀਏ ਦੂਜਾ ਕਸਬਾ ਬਾਘਾ ਪੁਰਾਣਾ ਦੀ ਜਾਂ ਕਸਬਾ ਨਿਹਾਲ ਸਿੰਘ ਵਾਲਾ ਦੀ, ਕਸਬਾ ਧਰਮਕੋਟ ਦੀ, ਸਾਰੇ ਕਿਤੇ ਹੀ ਕਿਸਾਨਾਂ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਧਰਮਕੋਟ ਤੋਂ ਸ਼ੁਰੂ ਹੋ ਕੇ ਜਾਂ ਬਾਘਾ ਪੁਰਾਣਾ ਤੋਂ ਸ਼ੁਰੂ ਹੋ ਕੇ ਟਰੈਕਟਰਾਂ ਦੀ ਇੱਕ ਲੰਮੀ ਪਰੇਡ ਕੱਢੀ ਹੈਗੀ ਹੈ। ਔਰ ਜਿਹੜਾ ਇਹ ਕਾਫਲਾ ਇੱਕਦਮ ਇੱਥੋਂ ਜਿਹੜਾ ਹੈਗਾ ਤੁਰਨਾ ਹੈਗਾ, ਔਰ ਲਾਈਨ ਏਡੀ ਵੱਡੀ ਹੋ ਜਾਣੀ ਹੈਗੀ ਹੈ ਵੀ ਮੋਗਾ ਤੋਂ ਤੁਰਿਆ ਇਹ ਕਾਫਲਾ ਲੁਧਿਆਣਾ ਖੰਨਾ ਤੋਂ ਅੱਗੇ ਪਈ ਇਹ ਟਰੈਕਟਰਾਂ ਦੀ ਲਾਈਨ ਇੱਥੋਂ ਹੀ ਨਜ਼ਰ ਆਏਗੀ। ਔਰ ਇਉਂ ਲੱਗਦਾ ਜਿਵੇਂ ਰਸਤੇ 'ਚ ਜਿਹੜੇ ਜ਼ਿਲ੍ਹੇ ਪੈਂਦੇ ਹੈਗੇ ਆ ਉਹਨਾਂ ਦੇ ਟਰੈਕਟਰ ਦੇ ਵਿੱਚ ਸ਼ਾਮਲ ਹੋ ਗਏ ਤੇ ਮੋਗੇ ਤੋਂ ਲੈ ਕੇ ਦਿੱਲੀ ਤੱਕ ਟਰੈਕਟਰਾਂ ਦੀ ਲਾਈਨ ਹੀ ਵੱਜੀ ਨਜ਼ਰ ਆਵੇਗੀ। ਉਸ ਗੱਲ ਨੂੰ ਲੈ ਕੇ 26 ਜਨਵਰੀ ਦੇ ਵਿੱਚ ਉੱਥੇ ਪਹੁੰਚਣ ਲਈ, ਕਿਉਂਕਿ 26 ਜਨਵਰੀ ਦਾ ਤਾਂ ਦਿਨ ਹੈ ਹੀ ਹੈ, ਉਸ ਤੋਂ ਪਹਿਲਾਂ ਹੀ ਜਿਹੜਾ ਟਰੈਕਟਰ ਉੱਥੇ ਹੈਗਾ 25 ਤਰੀਕ ਨੂੰ, ਅੱਜ 23 ਤਰੀਕ ਹੋ ਚੁੱਕੀ ਹੈਗੀ ਹੈ। ਔਰ ਅੱਜ ਟਰੈਕਟਰਾਂ ਨੇ ਇੱਥੋਂ ਤੁਰਨਾ ਸ਼ੁਰੂ ਕਰ ਦੇਣਾ। ਔਰ ਉੱਥੇ ਜਿਹੜਾ ਹੈਗਾ 25 ਤਰੀਕ ਸ਼ਾਮ ਤੇ ਟਰੈਕਟਰ ਜਿਹੜੇ ਹੈਗੇ ਉੱਥੇ ਪਹੁੰਚਣੇ ਸ਼ੁਰੂ ਹੋ ਜੂਗੇ। ਔਰ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਉੱਥੇ ਪਹੁੰਚੂਗੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਵੀ ਇਹ ਜਿਹੜੇ ਕਾਨੂੰਨ ਹੈਗੇ ਆ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਹੈਗੇ। ਕਿਸਾਨ ਇਸ ਕਾਨੂੰਨਾਂ ਨੂੰ ਨਹੀਂ ਚਾਹੁੰਦੇ, ਇਸ ਕਰਕੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਆਪਣੀ ਆਵਾਜ਼, ਇੱਕ ਬੁਲੰਦ ਆਵਾਜ਼, ਪੂਰੇ ਪੰਜਾਬ ਦੀ, ਹਰਿਆਣੇ ਦੀ ਆਵਾਜ਼, ਸਾਰੇ ਕਿਸਾਨ ਦੀ ਆਵਾਜ਼ ਔਰ ਸਾਰੇ ਸਟੇਟਾਂ ਦੀ ਆਵਾਜ਼ ਉਹਨਾਂ ਦੀ ਪਹੁੰਚਾਉਣ ਲਈ ਵੀ ਅਸੀਂ ਇਕਜੁੱਟ ਹੈਗੇ ਹਾਂ। ਇਹਨਾਂ ਨੂੰ ਤੁਹਾਨੂੰ ਰੱਦ ਕਰਨਾ ਹੀ ਪਵੇਗਾ। ਜੇ ਰੱਦ ਨਹੀਂ ਕਰਦੇ ਤੇ ਉਹਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਜੀ, ਜਿਸ ਤਰ੍ਹਾਂ ਕਿ ਨਰਿੰਦਰ ਸਿੰਘ ਤੋਮਰ ਖੇਤੀਬਾੜੀ ਮੰਤਰੀ ਨੇ ਵੀ ਸਪਸ਼ਟ ਕਰ ਦਿੱਤਾ ਕਿ ਇਹ ਕਾਨੂੰਨ ਰੱਦ ਨਹੀਂ ਹੋਣਗੇ ਤੇ ਉਧਰ ਜੋ ਕਿਸਾਨ ਨੇ ਉਹ ਵੀ ਆਪਣੀ ਜਿੱਦ ਤੇ ਅੜੇ ਨੇ ਕਿ ਅਸੀਂ ਕਾਨੂੰਨ ਰੱਦ ਕਰਾ ਕੇ ਹੀ ਰਹਾਂਗੇ। ਪਹਿਲੇ ਦਿਨ ਤੋਂ ਹੀ ਜਿਹੜਾ ਹੈਗਾ ਵਾ ਕੇਂਦਰ ਸਰਕਾਰ ਦੇ ਆਪਾਂ ਗੱਲ ਕਰ ਲਈਏ, ਭਾਵੇਂ ਖੇਤੀਬਾੜੀ ਮੰਤਰੀ ਤੋਮਰ ਹੈਗੇ ਆ ਜਾਂ ਹੋਰ ਉਹਨਾਂ ਦੇ ਮੰਤਰੀ ਹੈਗੇ ਆ, ਬੈਠਕਾਂ ਦਾ ਦੌਰ ਲਗਾਤਾਰ ਚੱਲ ਰਿਹਾ, ਪਰ ਦੋਨੇ ਪਾਸਿਓਂ ਇੱਕੋ ਹੀ ਗੱਲ ਹੈਗੀ ਆ। ਉਹ ਕਹਿ ਰਹੇ ਹੈਗੇ ਅਸੀਂ ਬਦਲਾਵ ਕਰਾਂਗੇ, ਕਿਸਾਨ ਕਹਿ ਰਹੇ ਹੈਗੇ ਆ ਅਸੀਂ ਇਹਨਾਂ ਨੂੰ ਰੱਦ ਕਰਵਾਵਾਂਗੇ। ਬੈਠਕਾਂ ਦਾ ਦੌਰ ਜਾਰੀ ਹੈਗੀ ਆ, ਇਸ ਕਰਕੇ ਜਾਰੀ ਕਿਸਾਨ ਬੈਠਕ ਦੌਰ ਤੋਂ ਪਿੱਛੇ ਨਹੀਂ ਹਟ ਰਹੇ ਕਿ ਉਹਨਾਂ ਦੀ ਹਰ ਵਾਰੀ ਗੱਲ ਤਾਂ ਇੱਕੋ ਹੀ ਹੁੰਦੀ ਹੈਗੀ ਆ ਵੀ ਇਸ ਬਿੱਲਾਂ ਨੂੰ ਰੱਦ ਕਰਵਾਉਣਾ ਹੈਗਾ। ਪਰ ਉਹ ਕਹਿੰਦੇ ਅਸੀਂ ਇਸੇ ਸੱਦੇ ਤੇ ਉਹਨਾਂ ਤਾਂ ਪਹੁੰਚਦੇ ਹੈਗੇ ਆ ਵੀ ਕੇਂਦਰ ਸਰਕਾਰ ਇਉਂ ਨਾ ਕਹੇ ਵੀ ਕਿਸਾਨਾਂ ਸੰਗਠਨਾਂ ਨੂੰ ਅਸੀਂ ਆਪਦੇ ਸੱਦਾ ਭੇਜਿਆ ਸੀਗਾ ਮੀਟਿੰਗ ਵਾਸਤੇ, ਹੱਲ ਕਰਨ ਵਾਸਤੇ, ਇਹ ਆਏ ਨਿਗੇ, ਜੇ ਆ ਜਾਂਦੇ ਹੋ ਸਕਦਾ ਕੋਈ ਹੱਲ ਨਿਕਲ ਆਉਂਦਾ। ਉਹ ਇਹ ਗੱਲ ਵੀ ਜਿਹੜੀ ਹੈਗੀ ਆ ਕੇਂਦਰ ਸਰਕਾਰ ਤੋਂ ਨਹੀਂ ਕਹਾਉਣਾ ਚਾਹੁੰਦੇ। ਇਸ ਲਈ ਹਰ ਬੈਠਕ ਦੇ ਵਿੱਚ ਜਦੋਂ ਸੱਦਾ ਦਿੱਤਾ ਜਾਂਦਾ ਉਹ ਬੈਠਕਾਂ ਦੇ ਵਿੱਚ ਕਿਸਾਨ ਸੰਗਠਨ ਦੇ ਆਗੂ ਜਿਹੜੇ ਪਹੁੰਚਦੇ ਹੈਗੇ ਆ, ਪਰ ਉੱਥੇ ਜਾ ਕੇ ਉਹਨਾਂ ਦੀ ਇੱਕੋ ਹੀ ਗੱਲ ਹੁੰਦੀ ਹੈ। ਖੇਤੀ ਬਿੱਲ ਜਿਹੜੇ ਪਾਸ ਕੀਤੇ ਗਏ ਹੈਗੇ ਆ ਕਿਸਾਨਾਂ ਨੂੰ ਇਹ ਮਨਜ਼ੂਰ ਨਹੀਂ ਹੈਗੇ, ਕਿਸਾਨਾਂ ਤੋਂ ਪੁੱਛ ਕੇ ਪਾਸ ਨਹੀਂ ਕੀਤੇ ਗਏ। ਜੇ ਸਰਕਾਰ ਇਹਨਾਂ ਬਿੱਲਾਂ ਨੂੰ ਪਾਸ ਕਰਨ ਤੋਂ ਪਹਿਲਾਂ ਗਰਾਊਂਡ ਜ਼ੀਰੋ ਤੋਂ ਪੰਜਾਬ ਹਰਿਆਣਾ ਦੇ ਵਿੱਚ ਇੱਕ ਸਰਵੇ ਕਰਵਾ ਲੈਂਦੀ ਤੇ ਉਹਨਾਂ ਨੂੰ ਸਪਸ਼ਟ ਤੌਰ ਤੇ ਇਹ ਚਾਨਣ ਹੋ ਜਾਣਾ ਸੀਗਾ ਵੀ ਕਿਸਾਨਾਂ ਦੀ ਕੀ ਰਾਏ ਹੈਗੀ ਹੈ। ਕਿਉਂਕਿ ਅੱਜ ਤੱਕ ਕਿਸਾਨ ਜਿਸ ਤਰ੍ਹਾਂ ਕੋਈ ਫਸਲ ਆਉਂਦੀ ਹੈਗੀ ਹੈ, ਹੁਣ ਆਉਣ ਵਾਲੀ ਜਿਹੜੀ ਫਸਲ ਕਣਕ ਦੀ ਹੈਗੀ ਹੈ, ਔਰ ਕਿਸਾਨ ਆਉਣ ਵਾਲੀ ਫਸਲ ਤੋਂ ਪਹਿਲਾਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹੈਗੇ ਆ ਵੀ ਪਿਛਲੇ ਸਾਲ ਤੋਂ ਸਾਡਾ ਇਸ ਵਾਰੀ ਭਾਅ ਜਿਹੜਾ ਹੈਗਾ ਵਾ ਵਧਾਇਆ ਜਾਵੇ। ਔਰ ਸਰਕਾਰ ਉਸ ਮੰਗ ਤੇ ਗੌਰ ਕਰਦੇ ਹੋਏ ਜੇ 100 ਰੁਪਏ ਕੁਇੰਟਲ ਵਧਾਉਣ ਦੀ ਮੰਗ ਕਰਦੀ ਹੈਗੀ ਹੈ ਤੇ 20 30 40 ਰੁਪਏ ਜਿੰਨਾ ਵੀ ਉਹ ਸਮਝਦੇ ਹੈਗੇ ਮੁਨਾਸਬ ਉਹਨਾਂ ਵਧਾਉਂਦੇ ਵੀ ਹੈਗੇ ਆ।
ਔਰ ਇਹਨਾਂ ਦਾ ਕਿਸਾਨਾਂ ਦਾ ਇਹੀ ਕਹਿਣਾ, ਅਸੀਂ ਜਿਸ ਤਰ੍ਹਾਂ ਭਾਅ ਵਧਾਉਣ ਦੀ ਮੰਗ ਕਰਦੇ ਹਾਂ ਉਸ ਤਰ੍ਹਾਂ ਅਸੀਂ ਇਹ ਬਿੱਲਾਂ ਦੀ ਮੰਗ ਨਹੀਂ ਕੀਤੀ। ਜੇ ਅਸੀਂ ਮੰਗ ਕੀਤੀ ਹੋਵੇ ਤਾਂ ਤੁਸੀਂ ਲਾਗੂ ਕਰੋ ਤੇ ਤਾਂ ਉਹਦੇ ਵਿੱਚ ਬਦਲਾਵ ਦੀ ਜਿਹੜੀ ਹੈਗੀ ਹੈ ਸੰਭਾਵਨਾ ਹੁੰਦੀ ਹੈਗੀ ਹੈ। ਜੇ ਅਸੀਂ ਇਹ ਚੀਜ਼ ਚਾਹੁੰਦੇ ਹੈਗੇ, ਤੁਸੀਂ ਇਹ ਚੀਜ਼ ਸਾਨੂੰ ਦੇ ਰਹੇ ਹੈਗੇ ਹੋ, ਫਿਰ ਤਾਂ ਬਦਲਾਵ ਕਰਨ ਦੀ ਗੱਲ ਵਿੱਚੋਂ ਉੱਠਦੀ ਹੈਗੀ ਹੈ। ਪਰ ਜਿਹੜੀ ਚੀਜ਼ ਅਸੀਂ ਮੰਗੀ ਨਹੀਂ ਗਈ, ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਸਾਡੇ ਬਿੱਲ ਜਿਹੜੇ ਫਾਇਦੇ ਵਾਸਤੇ ਹੈਗੇ ਆ, ਸਾਨੂੰ ਨੁਕਸਾਨ ਵਾਲੇ ਲੱਗਦੇ ਹੈਗੇ ਆ। ਜੇ ਅਸੀਂ ਆਪਦਾ ਫਾਇਦਾ ਚਾਹੁੰਦੇ ਹੀ ਨਹੀਂ, ਇਸ ਕਰਕੇ ਤੁਸੀਂ ਬਿੱਲ ਪਾਸ ਹੀ ਨਾ ਕਰੋ। ਜੇ ਸਾਨੂੰ ਜ਼ਰੂਰਤ ਹੋਊਗੀ ਅਸੀਂ ਸਰਕਾਰ ਮੂਹਰੇ ਰਿਕੁਐਸਟ ਕਰਾਂਗੇ। ਸਾਡੇ ਕਿਸਾਨ ਆਗੂ ਜਿਹੜੇ 31 ਜਥੇਬੰਦੀਆਂ ਹੈਗੀਆਂ ਉਹ ਕੇਂਦਰ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਰਿਕੁਐਸਟ ਕਰੂਗੀਆਂ ਤਾਂ ਕਿ ਉਹਨਾਂ ਦੀ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾ ਕੇ ਬਿੱਲਾਂ ਨੂੰ ਲਾਗੂ ਕਰਵਾਇਆ ਜਾਵੇ। ਪਰ ਅਸੀਂ ਚਾਹੁੰਦੇ ਨਹੀਂ ਹੈਗੇ। ਕਿਉਂ ਅਸੀਂ ਬਿੱਲ ਜਿਹੜੇ ਹੈਗੇ ਆਪਦੇ ਤੇ ਲਾਗੂ ਕਰਵਾਈਏ? ਕਿਉਂ ਅਸੀਂ 2 ਸਾਲ ਦਾ ਜਿਹੜਾ ਸਮਾਂ ਤੁਸੀਂ ਕਹਿ ਰਹੇ ਹੋ ਸਥਗਿਤ ਕਰ ਦਿੰਦੇ ਹੈਗੇ, ਉਸ ਤੋਂ ਬਾਅਦ ਤਲਵਾਰ ਤੱਕ ਤੇ ਸਾਡੇ ਸਿਰ ਤੇ ਫਿਰ ਉਹੀ ਲੰਕਦੀ ਰਹਿ ਗਈ ਨਾ। ਸਮਾਂ ਤੱਕ ਦਾ ਕੋਈ ਵੀ ਤਰੀਕ ਬਣ ਲਓ ਉਹ ਆ ਹੀ ਜਾਣੀ ਹੈਗੀ ਹੈ। 2 ਸਾਲ ਦਾ ਤੁਸੀਂ ਸਮਾਂ ਬੰਨ੍ਹਦੇ ਹੋ, 2 ਸਾਲ ਬਾਅਦ ਫਿਰ ਤੁਸੀਂ ਇੱਥੇ ਸਾਨੂੰ ਕਹਿ ਦੇਣਾ ਹੈਗਾ ਵਾ ਬਿੱਲ ਤੁਹਾਡੇ ਤੇ ਲਾਗੂ ਹੋਣ ਜਾ ਰਹੇ ਨੇ। ਉਸ ਤੋਂ ਬਾਅਦ ਉਹੀ ਸਥਿਤੀ ਫਿਰ ਹੋ ਜਾਣੀ ਹੈ। ਇਸ ਕਰਕੇ ਅਸੀਂ ਜਿਹੜੇ ਹੈਗੇ ਬਿੱਲ ਇਹ ਲਾਗੂ ਨਹੀਂ ਕਰਵਾਉਣੇ, ਇਹਨਾਂ ਨੂੰ ਰੱਦ ਹੀ ਕਰਵਾਉਣਾ, ਰੱਦ ਕਰਵਾ ਕੇ ਹੀ ਉਠਾਂਗੇ। सूरज मित्तल जी, तमाम जानकारी के लिए तुहाडा बहुत बहुत धन्यवाद। दस दें कि किसान लगातार दिल्ली दीआं बरूहां ते डटे हुए ने अते किसानां ने 26 जनवरी नूं ट्रैक्टर मार्च का भी ऐलान है जो कर दिता है ते उस दी तैयारियां भी किसानां वल्लों जोरा शोरा नाल चल रही ने। इत्थे दस दें कि साडे नाल रोपड़ तो साडे पत्रकार मनप्रीत चहल जुड़ चुके हैं। जी मनप्रीत जी, जेकर देखा जाए तो किसान लगातार दिल्ली दीआं बरूहां ते डटे हुए ने ते किसानां नूं 26 तारीख नूं पूरे 3 महीने हो जाणगे ते किसानां वल्लों 26 तरीक यानी कि गणतंत्र दिवस दी भी पूरी तरह तैयारियां कीतियां जा रही ने ट्रैक्टर मार्च नूं लैके। बिल्कुल मनिंदर, जेकर गल की जाए रोपड़ की तो 22 तरीक तो ही यानी कि कल तो ही शुरू हो चुके हैं ट्रैक्टर मार्च। कल एक वड्डा जत्था जिहदे करीब 400 ट्रैक्टर गए ने ते 1500-1600 बंदा उहदे विच बैठ के गया है, वो दिल्ली वाल नूं कूच कर गया है ते अज भी इन्नी ही तादाद दे विच ट्रैक्टर इत्थों जाणगे ते कल भी जाणगे। मतलब ये सिर्फ एक गल है कि किसान जथेबंदियां ने की होई, कोई हुल्लड़बाजी नहीं, कोई शरारती आंसर नूं इस विच नहीं बणन देना। जिहड़ियां जथेबंदियां इत्थों लैके जा रही ने उन्हां ने नौजवानों की खास तौर पर ड्यूटियां लगा दित्तियां गईयां हन कि कोई लचर ट्रैक्टरों उत्ते नहीं वजणगे, कोई मॉडिफिकेशन नहीं होएगी। और खास चीज़ एक देखने मिल रही है, झंडे लगे हुए ने किसान यूनियनां ते भारत का तिरंगा झंडा लग्या होया है, जिथे कई बारी बदनाम किया गया इस संघर्ष नूं खालिस्तानी कह के, अतवादी कह के या वखवादी कह के, उत्थे ही देश का झंडा लाना मतलब वो देश का हिस्सा ने ते अपने देश दे विच ही ट्रैवल कर रहे ने ते 26 जनवरी दे जत्थे लैके जा रहे ने उत्थे दिल्ली नूं। जी, जेकर किसानों वालों पूछा गया था, किसानों ने यही किया है डॉक्टर दर्शनपाल सिंह ने कि जो ट्रैक्टर मार्च है 26 तारीख नूं पूरे जोरा शोरा ते किया जाएगा। सरकार अपने गणतंत्र दिवस दी तैयारियां करे ते असीं अपने ट्रैक्टर मार्च दी तैयारियां करांगे। जी बिल्कुल, किसान जथेबंदियां वालों भी यही कहा गया कि सरकार तो 26 जनवरी मनाती है, सारा देश मनाता है। इस बार जो किसान जथेबंदियां उत्थे 26 जनवरी मनाएंगे तो कोई बड़ी गल नहीं होगी। किसान जथेबंदियां बिल्कुल शांतिपूर्ण अपने तरीके दे नाल उत्थे अपना ट्रैक्टर मार्च करनगे, जिस बाबत दिल्ली पुलिस दे नाल ते हरियाणा पुलिस दे नाल भी गल चल रही है किसान जथेबंदियां नहीं, पर हाले तक वो यही मनाने दे विच नाकामयाब रही ने पुलिस दी टीमां कि तुसीं ना करो। किसान जथेबंदियां शांतिपूर्ण ट्रैक्टर मार्च करने के लिए तत्पर ने। जी मनप्रीत जी, जेकर देखा जाए तो हर बार मीटिंगां होंदियां ने, मीटिंगां दा जो रेट क्या भी बरकरार है, लेकिन हर मीटिंग बेसिट्टा रहंदी है। तो इस बार मीटिंग दे विच नरेंद्र सिंह तोमर वाल एक बार फिर स्पष्ट कर दिता है कि असी कानून रद्द नहीं करांगे। तुहानू प्रस्ताव दे दिता गया, उससे तुहानू हुण तुसी चर्चा करनी है तो तुसी खुद सानू डेट दस दो। मनिंदर, मीटिंगां की जेकर गल की जाइए तो मीटिंगां एक फॉर्मैलिटी बन के आ चुकी हैं। जो भी किसान जथेबंदियां ने मीटिंगां तो पहला गल की जाती है, वो कहते असीं पॉजिटिव उत्साह के नाल जा रहे हैं, पर सानू पता है कि कोई नतीजा नहीं निकलने वाला। मतलब एक फॉर्मैलिटी के तौर पर मीटिंगां नूं भी रखा जा रहा है, क्योंकि किसान जथेबंदियां ने अपना रुख साफ कर दिता गया है कि सानू ये कानून नहीं चाहिए। साडे नाल कोई सर्वे नहीं किया गया, सानू कोई पुछे नहीं गया, असीं क्यों इन्हां कानूनां नूं मन्नीए, सानू तो ये वापस चाहिए है। जबकि केंद्र सरकार वालों थोड़ा नरम रवैया दिखाते हुए 1.5 साल का गैप पाने वास्ते गल कही गई है। पर जो इस बाबत ANP न्यूज़ ने डॉक्टर दलजीत सिंह चीमा श्रोमणी अकाली दल के सीनियर नेता नाल गल की गई तो उन्होंने कहना सीगा कि जो 74 साल पहला देश चल रहा है इन्हां कानूनों तो बिना तो 1.5 साल हो गए वकवा पा सकते हैं। मतलब हाले भी इन्हां दी अमेंडमेंट करने की लोड़ हैगी है। जे किसान जथेबंदियां संघर्ष कर रही ने तो वो जायज़ कर रही ने, कानूनों की लोड़ नहीं है। जी, क्योंकि हर बार मीटिंग होंदी है, हर बार मीटिंग बेसिट्टा रहिंदी है, केंद्र वालों भी कानून रद्द करन ते कोरी ना कर दी जाती है, तो किसान ने जिहड़े ओह भी अपनी मंग ते अड़े ने कि सानू कानून रद्द चाहिए ने। ते उधर हर बार मीटिंग होने के बावजूद इस बार मीटिंग दे विच कोई भी डेट है जो फिक्स नहीं की गई।
ਜੀ ਬਿਲਕੁਲ, ਇਹ ਕੇਂਦਰ ਸਰਕਾਰ ਦਾ ਇੱਕ ਤਾਨਾਸ਼ਾਹੀ ਰਵੱਈਆ ਵੀ ਤੁਸੀਂ ਕਹਿ ਸਕਦੇ ਆ, ਕਿਉਂਕਿ ਅਮੂਮਨ ਇੱਕ ਮੀਟਿੰਗ ਜਦੋਂ ਖਤਮ ਹੁੰਦੀ ਹੈ ਤਾਂ ਦੂਸਰੀ ਮੀਟਿੰਗ ਦੀ ਉਹਨਾਂ ਨੇ ਤਰੀਕ ਉਹਨਾਂ ਵੱਲੋਂ ਦੇ ਦਿੱਤੀ ਜਾਂਦੀ ਹੈ ਜਾਂ ਇੱਕ ਅੱਧੇ ਦਿਨ ਦੇ ਵਿੱਚ ਦੇ ਦਿੱਤੀ ਜਾਂਦੀ ਹੈ। ਲੇਕਿਨ ਇਸ ਵਾਰੀ ਏਦਾਂ ਦੀ ਕੋਈ ਗੱਲ ਨਹੀਂ ਹੈ। ਕੇਂਦਰ ਸਰਕਾਰ ਦਾ ਰਵੱਈਆ ਵੀ ਤਲਖ ਹੋ ਚੁੱਕਿਆ ਹੈ, ਕਿਉਂਕਿ ਉਹਨਾਂ ਨੇ ਇੱਕ ਆਫਰ ਦਿੱਤਾ ਸੀਗਾ ਜੋ ਕਿਸਾਨਾਂ ਨੇ ਨਾਮਨਜ਼ੂਰ ਕਰ ਦਿੱਤਾ ਹੈ। ਹੁਣ ਦੇਖਣਾ ਹੋਵੇਗਾ ਕਿ ਗੱਲ ਕਿੱਥੇ ਨਿਬੜਨੀ ਹੈ, ਕਿਉਂਕਿ ਬੈਠ ਕੇ ਹੀ ਗੱਲ ਨਿਬੜਨੀ ਹੈਗੀ। ਸ਼ਾਂਤੀਪੂਰਨ ਮਾਹੌਲ ਦੇ ਨਾਲ ਸੰਘਰਸ਼ ਚੱਲ ਰਿਹਾ ਹੈ, ਦੇ ਵਿੱਚ ਸੰਘਰਸ਼ ਚੱਲ ਰਿਹਾ ਹੈ ਤੇ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਮਨਾਉਣ ਦੇ ਲਈ ਹੀ ਉੱਥੇ ਸੰਘਰਸ਼ ਕਰ ਰਹੀਆਂ ਹਨ। ਭਾਵੇਂ ਕਿ 80 ਦੇ ਕਰੀਬ ਉੱਥੇ ਕਿਸਾਨ ਆਪਣੀ ਸ਼ਹਾਦਤ ਦੇ ਚੁੱਕੇ ਹਨ, ਪਰ ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ, ਕਿਉਂਕਿ ਉਸ ਸੰਘਰਸ਼ ਦੇ ਵਿੱਚ ਨੌਜਵਾਨ, ਬੱਚੇ, ਬਜ਼ੁਰਗ ਸਭ ਸ਼ਾਮਲ ਹੋਏ ਹਨ। ਜੀ, तमाम जानकारी ਦੇ ਲਈ ਮਨਪ੍ਰੀਤ ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਥੇ ਦੱਸ ਦੇ ਕਿ ਸਾਡੇ ਨਾਲ ਫੋਨ ਲਾਈਨ ਤੇ ਕਿਸਾਨ ਨੇਤਾ ਸਰਬਜੀਤ ਸਿੰਘ ਵੀ ਜੁੜ ਚੁੱਕੇ ਨੇ। ਜੀ ਸਰਬਜੀਤ ਜੀ, ਜੇਕਰ ਦੇਖਿਆ ਜਾਏ ਤਾਂ ਕਿਸਾਨ ਨੇ ਜੋ 26 ਤਾਰੀਖ ਨੂੰ ਗਣਤੰਤਰ ਦਿਵਸ ਨੂੰ ਟਰੈਕਟਰ ਪਰੇਡ ਦੀ ਪੂਰੀ ਤਿਆਰੀ ਕਰ ਰਹੇ ਨੇ। ਜੀ ਜਿਹੜਾ ਦੇਖੋ, ਜਿਵੇਂ ਤੁਸੀਂ ਦੱਸਿਆ ਕਿ ਪੂਰੀ ਤਿਆਰੀ ਚੱਲ ਰਹੀ ਹੈ। ਮੈਂ ਆਪਣਾ ਜਿਹੜਾ ਫਤਿਹਗੜ੍ਹ ਸਾਹਿਬ ਦੀ ਗੱਲ ਦੱਸ ਦੇਵਾਂ, ਗੁਰਦੁਆਰਾ ਸ੍ਰੀ ਗੋਬਿੰਦਗੜ੍ਹ ਸਾਹਿਬ ਰਾਣਮਾ ਜੋ ਕਿ ਖਮਾਣੋ ਬਲਾਕ ਦੇ ਵਿੱਚ ਪੈਂਦਾ, ਉੱਥੋਂ ਵੱਡਾ ਜਥਾ ਤੁਰਨ ਲੱਗਿਆ। ਤੇ ਇਸੇ ਤਰ੍ਹਾਂ ਰਾਏਪੁਰ ਮਾਜਰੀ ਜਿਹੜਾ ਕਿ ਖੇੜੀ ਸਰਕਲ ਪੈਂਦਾ ਸਾਡਾ, ਉੱਥੋਂ ਇੱਕ ਵੱਡਾ ਜਥਾ ਅੱਜ ਮੇਰੇ ਇਸ ਇਲਾਕੇ ਦੇ ਵਿੱਚ ਦੋ ਜਿੱਥੇ ਤਕਰੀਬਨ 500 ਟਰੈਕਟਰ ਉਸ 26 ਦੀ ਪਰੇਡ ਦੇ ਲਈ ਚੱਲਣ ਲੱਗੇ ਨੇ। ਤੇ ਬਾਕੀ ਜ਼ਿਲ੍ਹੇ ਦਾ ਜਿਹੜਾ ਹੋਰ ਪ੍ਰੋਗਰਾਮ ਹੈ ਉਹ ਵੱਖਰੇ ਵੱਖਰੇ ਨੇ। ਤਕਰੀਬਨ 1000 ਤੋਂ ਉੱਤੇ ਟਰੈਕਟਰ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਚੱਲੇਗਾ। ਲਗਾਤਾਰ ਜੋ ਪਿੰਡਾਂ ਦੇ ਵਿੱਚੋਂ ਕਿਸਾਨਾਂ ਦੇ ਜੋ ਜਥੇ ਨੇ ਟਰੈਕਟਰ ਲੈ ਕੇ ਰਵਾਨਾ ਹੋ ਰਹੇ ਨੇ। ਦੁਬਾਰਾ ਕੁਐਸਚਨ ਕਰੋ ਜੀ। ਜੇਕਰ ਸਰਬਜੀਤ ਜੀ ਦੇਖਿਆ ਜਾਏ ਤਾਂ ਕਿਸਾਨ ਅੰਦੋਲਨ ਨੂੰ ਲੈ ਕੇ ਜੋ ਕਿਸਾਨਾਂ ਦੇ ਇੱਥੋਂ ਜਥੇ ਨੇ ਹਰ ਰੋਜ਼ ਪਿੰਡਾਂ ਦੇ ਵਿੱਚੋਂ ਰਵਾਨਾ ਹੋ ਰਹੇ ਨੇ। ਤਕਰੀਬਨ 300-400 ਦੇ ਬੰਦੇ ਜੋ ਨੇ ਪਿੰਡਾਂ ਦੇ ਵਿੱਚੋਂ ਦਿੱਲੀ ਬਾਰਡਰਾਂ ਤੇ ਪਹੁੰਚ ਰਹੇ ਨੇ। ਜੀ ਇਹ ਦੇਖੋ, ਜਿਹੜਾ ਇਹ ਸੰਘਰਸ਼ ਜਿਹੜਾ ਹੈਗਾ ਇਸ ਲੈਵਲ ਤੇ ਪਹੁੰਚ ਗਿਆ। ਜੇ ਹੁਣ ਸਾਨੂੰ ਕੋਈ ਕਾਲ ਦੇਣ ਦੀ ਲੋੜ ਨਹੀਂ ਪੈਂਦੀ, ਕੇਵਲ ਇੱਕ ਪ੍ਰੈਸ ਰਾਹੀਂ ਜਾਂ ਤੁਹਾਡੇ ਰਾਹੀਂ ਜਿਹੜੀ ਖਬਰ ਆਉਂਦੀ ਉਹਨੂੰ ਲੋਕ ਸੁਣ ਕਰਕੇ ਆਪ ਮਹਾਰੇ ਜਿਹੜਾ ਸਾਰੀ ਤਿਆਰੀ ਕਰਕੇ ਪਿੰਡਾਂ ਜੋ ਕਾਫਲੇ ਜਾ ਰਹੇ ਨੇ। ਅਤੇ ਤਕਰੀਬਨ ਪਿਛਲੇ 2-3 ਦਿਨਾਂ ਤੋਂ ਹੀ ਸਾਰੇ ਪੰਜਾਬ ਤੋਂ ਕਾਫਲੇ ਵੱਡੇ ਰੂਪ ਦੇ ਵਿੱਚ ਜਾ ਰਹੇ ਨੇ ਤੇ ਪਹੁੰਚ ਵੀ ਗਏ ਨੇ। ਸਰਬਜੀਤ ਜੀ, ਜੇਕਰ ਇੱਥੇ ਗੱਲ ਕਰੀਏ, ਇੱਕ ਸ਼ਖਸ ਹੈ ਉਹ ਸਿੰਘੂ ਬਾਰਡਰ ਤੋਂ ਕਿਸਾਨ ਨੇਤਾਵਾਂ ਨੇ ਫੜਿਆ ਹੈ ਕਿ ਇਹ ਜੋ ਸ਼ਖਸ ਹੈ ਗੋਲੀ ਚਲਾਉਣ ਦੀ ਮੁਹਿੰਮ ਦੇ ਚਲਾਉਣ ਦੇ ਵਿੱਚ ਸੀ ਕਿ 4 ਜੋ ਲੀਡਰ ਨੇ ਉੱਥੋਂ ਉੱਤੇ ਗੋਲੀ ਚਲਾਈ ਜਾਣੀ ਸੀ, ਸਾਜ਼ਿਸ਼ ਰਚੀ ਗਈ ਸੀ ਉਸ ਵਿਅਕਤੀ ਵੱਲੋਂ। ਕੋਈ ਦੇਖੋ, ਇਹ ਜਿਹੜਾ ਪ੍ਰੈਸ ਰਾਹੀਂ ਸਾਰਾ ਕੁਝ ਕਲੀਅਰ ਕਰ ਦਿੱਤਾ। ਸਰਕਾਰ ਹੁਣ ਜਿਹੀਆਂ ਚਾਲਾਂ ਚੱਲੇਗੀ, ਜੇ ਬੰਦਿਆਂ ਨੂੰ ਵਿੱਚ ਬਾੜ ਕੇ ਅੰਦੋਲਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇਗੀ। ਪਰ ਅਸੀਂ ਆਪਣੇ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਜਿੱਥੇ ਆਪਾਂ ਨੇ ਆਪ ਸ਼ਾਂਤਮਈ ਰਹਿਣਾ, ਉੱਥੇ ਸੁਚੇਤ ਹੋ ਕੇ ਵੀ ਰਹਿਣਾ। ਜਿਹੜਾ ਕੋਈ ਗਲਤ ਅਨਸਰ ਦੇਖਦਾ ਉਹਦੀ ਤੁਰੰਤ ਜਿਹੜੀ ਰਿਪੋਰਟ ਆਪਣੇ ਆਗੂਆਂ ਨੂੰ ਦੇਣੀ ਹੈ, ਠੀਕ ਹੈ, ਜਾਂ ਸੰਬੰਧਿਤ ਜਿਹੜਾ ਉੱਥੇ ਕੋਈ ਹੋਰ ਅਧਿਕਾਰੀ, ਕੋਈ ਮੁਲਾਜ਼ਮ ਉਹਨਾਂ ਨੂੰ ਦੇਣੀ ਹੈ। ਇਹਨਾਂ ਗੱਲਾਂ ਤੋਂ ਸਾਨੂੰ ਬਚਣ ਦੀ ਲੋੜ ਹੈ। ਇਹ ਸਰਕਾਰ ਇਸ ਪਾਸੇ ਨੂੰ ਕੋਈ ਹਰਕਤ ਕਰਾ ਸਕਦੀ ਹੈ। ਜੀ ਲਗਾਤਾਰ ਬੈਠਕਾਂ ਵੀ ਹੁੰਦੀਆਂ ਨੇ, ਪਰ ਬੈਠਕਾਂ ਨੇ ਜੋ ਬੇਨਤੀਜਾ ਹੀ ਰਹਿੰਦੀਆਂ ਨੇ। ਆਖਿਰ ਇਹਨਾਂ ਬੈਠਕਾਂ ਦੇ ਵਿੱਚੋਂ ਕਦੋਂ ਹੱਲ ਨਿਕਲ ਪਾਏਗਾ? ਕਿਸਾਨ ਕਦੋਂ ਤੱਕ ਦਿੱਲੀ ਬਾਰਡਰਾਂ ਤੇ ਡਟੇ ਰਹਿਣਗੇ? ਕਿਉਂਕਿ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਜੋ ਸੰਘਰਸ਼ ਹੈ ਅੱਗੇ ਲੰਬਾ ਹੋ ਸਕਦਾ ਹੈ। ਦੇਖੋ, ਮੈਂ ਇੱਕੋ ਲਾਈਨ 'ਚ ਦਾ ਉੱਤਰ ਦੇ ਸਕਦਾ ਵੀ ਜਦੋਂ ਤੱਕ ਸਰਕਾਰ ਇਹ ਨਹੀਂ ਮੰਨਦੀ ਕਾਨੂੰਨ ਰੱਦ ਕਰਨੇ, ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਜਾਂ ਹੁਣ ਕਾਨੂੰਨ ਰੱਦ ਹੋਣਗੇ ਜਾਂ ਫਿਰ ਮੋਦੀ ਨੂੰ ਕੁਰਸੀ ਤੋਂ ਲਾ ਕੇ ਆਵਾਂਗੇ, ਇੱਕ ਗੱਲ ਹੋ ਕੇ ਤਾਂ ਅਸੀਂ ਵਾਪਸ ਆਵਾਂਗੇ। ਸਰਬਜੀਤ ਜੀ, तमाम ਜਾਣਕਾਰੀ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੱਸਦੇ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਲਗਾਤਾਰ ਰੇੜਕਾ ਬਰਕਰਾਰ ਹੈ। ਕਿਸਾਨ ਆਪਣੀ ਮੰਗ ਤੇ ਅੜੇ ਹੋਏ ਨੇ ਕਿ ਅਸੀਂ ਇਹ ਤਿੰਨੇ ਕਾਨੂੰਨ ਰੱਦ ਚਾਹੁੰਦੇ ਹਾਂ। ਸਾਨੂੰ ਇਹਨਾਂ ਕਾਨੂੰਨਾਂ ਦੇ ਵਿੱਚ ਕੋਈ ਵੀ ਸੋਧ ਨਹੀਂ ਚਾਹੀਦੀ। ਇਹ ਜੋ ਕਾਨੂੰਨ ਬਣਾਏ ਗਏ ਨੇ ਇਹ ਕਿਸਾਨ ਮਾਰੂ ਨੇ, ਇਸ ਲਈ ਸਾਨੂੰ ਇਹ ਕਾਨੂੰਨ ਨਹੀਂ ਚਾਹੀਦੇ।